ਅੰਦਰ ਸਾਧ ਸੰਗਤ ਸਤਿਗੁਰ ਨੇ ਮਨੁੱਖੀ ਸ਼ਖਸੀਅਤ ਦੇ ਵਿਕਾਸ ਦੀ ਗੱਲ ਕੀਤੀ ਹੈ। ਜਦੋਂ ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਇਹ ਅੰਮ੍ਰਿਤ ਬਚਨ ਪੜ੍ਹਦੇ ਹਾਂ ਕਿ ਜੋ ਗੁਰੂ ਦਾ ਮਨੁੱਖੀ ਜੀਵਨ ਦੇ ਅੰਦਰ ਵਰਤਾਵਾ ਹੈ, ਜੋ ਗੁਰੂ ਦੀ ਇੰਪੋਰਟੈਂਸ ਹੈ ਮਨੁੱਖੀ ਜੀਵਨ ਦੇ ਅੰਦਰ, ਉਹ ਮਨੁੱਖ ਨੂੰ ਇੱਕ ਆਮ ਸ਼ਖਸੀਅਤ ਤੋਂ ਇੱਕ ਆਲੇ ਦਰਜੇ ਦੀ ਸ਼ਖਸੀਅਤ ਤੱਕ ਲੈ ਕੇ ਜਾਂਦੀ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਅੰਮ੍ਰਿਤ ਬਚਨ ਆਪ ਰੋਜ਼ਾਨਾ ਬਾਣੀ ਵਿੱਚੋਂ ਪੜ੍ਹਦੇ ਹੋ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਮਨੁੱਖੀ ਸੁਭਾਅ ਤੋਂ ਦੇਵਤਿਆਂ ਵਾਲਾ ਸੁਭਾਅ ਬਖਸ਼ਦਾ ਹੈ। ਭਾਵ ਦੇਵ ਸੁਭਾਅ ਤੋਂ ਮਤਲਬ ਹੁੰਦਾ ਹੈ ਚੰਗੇ ਗੁਣਾਂ ਦਾ ਜਿਹੜਾ ਧਾਰਨੀ ਹੋ ਜਾਏ, ਜਿਸ ਮਨੁੱਖ ਦੇ ਜੀਵਨ ਦੇ ਅੰਦਰ ਦੇਵੀ ਗੁਣ ਆ ਜਾਣ। ਔਰ ਖਿਆਲ ਕਰਿਓ, ਜਿਹੜੀ ਸ਼ਖਸੀਅਤ ਦੀ ਉਸਾਰੀ ਹੈ, ਹਰ ਮਨੁੱਖ ਦੀ ਸ਼ਖਸੀਅਤ ਦੀ ਉਸਾਰੀ ਇੱਕ ਚੰਗੇ ਸਮਾਜ ਦੀ ਉਸਾਰੀ ਨੂੰ ਜਨਮ ਦਿੰਦੀ ਹੈ, ਤੇ ਚੰਗਾ ਸਮਾਜ ਚੰਗੇ ਸੰਸਾਰ ਦੀ ਉਸਾਰੀ ਨੂੰ ਜਨਮ ਦਿੰਦਾ ਹੈ। ਇਸੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਨੇ ਮਨੁੱਖੀ ਜੀਵਨ ਨੂੰ ਘੜਨ ਦੇ ਲਈ ਪਰਮਾਤਮਾ ਦੇ ਰੱਬੀ ਗੁਣਾਂ ਦੇ ਨਾਲ ਵਾਰ-ਵਾਰ ਜੁੜਨ ਦੀ ਤਾਕੀਦ ਕੀਤੀ ਹੈ। ਆਓ ਸਤਿਗੁਰ ਕੀ ਪਾਵਨ ਬਾਣੀ ਦੇ ਅੰਦਰੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ, ਜਿਨ੍ਹਾਂ ਵਿੱਚ ਸਤਿਗੁਰ ਨੇ ਮਨੁੱਖੀ ਸ਼ਖਸੀਅਤ ਦੀ ਉਸਾਰੀ ਦੇ 6 ਗੁਣ ਬਿਆਨ ਕੀਤੇ ਨੇ, ਆਪਾਂ ਇਹਨਾਂ ਅੰਮ੍ਰਿਤ ਬਚਨਾਂ ਨੂੰ ਗੁਰੂ ਦੀ ਕਿਰਪਾ ਦੇ ਨਾਲ ਅੱਜ ਸਮਝਣ ਦਾ ਯਤਨ ਕਰਨਾ ਹੈ। ਪਰ ਇਸ ਗੱਲ ਦੀ ਵਿਚਾਰ ਤੋਂ ਪਹਿਲਾਂ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਇੱਕ ਛੋਟੀ ਜੀ ਐਗਜ਼ਾਮਪਲ, ਇਤਿਹਾਸਕ ਨੁਕਤਾ। ਗੁਲਿਸਤਾਨ ਬੋਸਤਾਨ ਦੇ ਅੰਦਰ ਸ਼ੇਖ ਸ਼ਾਦੀ ਨੇ ਇੱਕ ਬੜੀ ਪਿਆਰੀ ਘਟਨਾ ਲਿਖੀ ਹੈ। ਉਹ ਕਹਿੰਦਾ ਕਿ ਇਨਸਾਨ ਸ਼ਾਮ ਦੇ ਵਕਤ ਆਪਣੇ ਘਰ ਦੇ ਅੰਦਰ ਆਇਆ ਹੈ, ਦਾਖਲ ਹੋਇਆ ਹੈ। ਉਸ ਦੀ ਲੱਤ ਦੇ ਉੱਪਰ ਜ਼ਖਮ ਸੀ ਤੇ ਲੱਤ ਵਿੱਚੋਂ ਖੂਨ ਰਿਸ ਰਿਹਾ ਸੀ। ਉਸ ਦੀ ਬੱਚੀ ਨੇ, ਜੋ ਅਜੇ ਉਮਰ ਵਿੱਚ ਬੜੀ ਛੋਟੀ ਹੈ, ਬੜੀ ਚਿੰਤਾ ਦੇ ਵਿੱਚ ਜਦੋਂ ਦਰਵਾਜ਼ਾ ਖੋਲ੍ਹ ਕੇ ਬਾਪੂ ਦੀ ਲੱਤ ਵੱਲ ਵੇਖਿਆ ਤੇ ਆਪਣੇ ਪਿਤਾ ਨੂੰ ਸੁਭਾਵਿਕ ਇੱਕ ਸਵਾਲ ਕੀਤਾ ਕਿ ਪਿਤਾ ਜੀ, ਇਹ ਤੁਹਾਡੀ ਲੱਤ ਵਿੱਚੋਂ ਖੂਨ ਨਿਕਲਦਾ ਪਿਆ ਹੈ, ਤੁਹਾਡੀ ਲੱਤ ਜ਼ਖਮੀ ਹੈ, ਪਿਤਾ ਜੀ ਕੀ ਹੋ ਗਿਆ, ਕੀ ਕਾਰਨ ਵਾਪਰ ਗਿਆ? ਤੇ ਉਸ ਪਿਤਾ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਬੇਟਾ, ਮੈਂ ਜਿਸ ਵੇਲੇ ਰਸਤੇ ਵਿੱਚੋਂ ਆ ਰਿਹਾ ਸਾਂ, ਰਸਤੇ ਵਿੱਚੋਂ ਆਉਂਦਿਆਂ ਇੱਕ ਕੁੱਤੇ ਨੇ, ਜਿੰਦੇ ਦੰਦ ਬੜੇ ਤਿੱਖੇ ਸਨ, ਉਸ ਕੁੱਤੇ ਨੇ ਮੇਰੀ ਲੱਤ ਨੂੰ ਕੱਟ ਖਾਧਾ ਹੈ। ਇਸ ਕਾਰਨ ਮੇਰੀ ਲੱਤ ਤੇ ਜ਼ਖਮ ਹੋ ਗਿਆ ਹੈ। ਤੇ ਬੱਚੀ ਨੇ ਬੜੇ ਰੋਹ ਦੇ ਵਿੱਚ, ਬੜੇ ਆਕਰੋਸ਼ ਦੇ ਵਿੱਚ, ਬੜੇ ਗੁੱਸੇ ਦੇ ਵਿੱਚ ਆਪਣੇ ਪਿਤਾ ਨੂੰ ਇੱਕ ਗੱਲ ਆਖੀ, ਪਿਤਾ ਜੀ, ਜਿਸ ਕੁੱਤੇ ਨੇ ਤੁਹਾਨੂੰ ਖਾਧਾ ਹੈ, ਉਸ ਕੁੱਤੇ ਦੇ ਦੰਦ ਬੜੇ ਤੇਜ਼ ਸਨ, ਤੁਹਾਡੀ ਲੱਤ ਤੇ ਉਹਨੇ ਜ਼ਖਮ ਕਰ ਦਿੱਤਾ, ਤੁਹਾਡੀ ਲੱਤ ਵਿੱਚੋਂ ਖੂਨ ਰਿਸਦਾ ਪਿਆ। ਪਿਤਾ ਜੀ, ਕੀ ਦੰਦ ਤੁਹਾਡੇ ਕੋਲੋਂ ਨਹੀਂ? ਜੇ ਕੁੱਤੇ ਨੇ ਤੁਹਾਨੂੰ ਕੱਟ ਖਾਧਾ ਸੀ ਤੇ ਤੁਸੀਂ ਵੀ ਆਪਣੇ ਦੰਦਾਂ ਨਾਲ ਕੁੱਤੇ ਨੂੰ ਕੱਟ ਖਾਂਦੇ। ਪਿਤਾ ਨੇ ਗੱਲ ਬੜੀ ਪਿਆਰੀ ਕਹੀ, ਕਹਿਣ ਲੱਗੇ, ਬੇਟਾ, ਮੈਨੂੰ ਕੁੱਤੇ ਨੇ ਕੱਟ ਖਾਧਾ ਹੈ, ਮੇਰੀ ਲੱਤ ਦੇ ਅੰਦਰ ਜ਼ਖਮ ਇਹ ਉਸ ਕੁੱਤੇ ਦੇ ਕਾਰਨ ਹੋਇਆ ਹੈ, ਪਰ ਬੇਟਾ, ਮੈਂ ਕੁੱਤਾ ਨਹੀਂ ਹਾਂ। ਮੈਨੂੰ ਮੇਰੇ ਮਾਲਕ ਨੇ ਮਨੁੱਖੀ ਸੁਭਾਅ ਦਿੱਤਾ ਹੈ, ਤੇ ਮਨੁੱਖੀ ਸੁਭਾਅ ਦਾ ਮਤਲਬ ਇਹ ਹੈ ਕਿ ਮਨੁੱਖ ਆਪਣੇ ਜੀਵਨ ਦੇ ਅੰਦਰ ਇੱਕ ਚੰਗੀ ਸ਼ਖਸੀਅਤ ਨੂੰ ਜਨਮ ਦਿੰਦਾ ਹੈ। ਜੇ ਉਸ ਕੁੱਤੇ ਦੀ ਤਰ੍ਹਾਂ ਮੈਂ ਵੀ ਅੱਗੋਂ ਨੂੰ ਕੱਟ ਖਾਂਦਾ ਤੇ ਬੇਟਾ, ਫਿਰ ਮੇਰੇ ਵਿੱਚ ਤੇ ਉਹਦੇ ਵਿੱਚ ਅੰਤਰ ਕੀ ਰਹਿ ਜਾਣਾ ਸੀ? ਹੁਣ ਸਾਧ ਸੰਗਤ, ਥੋੜਾ ਜਿਹਾ ਵਿਚਾਰ ਕੇ ਦੇਖੀਏ, ਅਸੀਂ ਆਪਣੇ ਜੀਵਨ ਵਿੱਚ ਐਸੇ ਕਿੰਨੇ ਇਨਸੀਡੈਂਟ ਸਾਡੇ ਜੀਵਨ ਦੇ ਵਿੱਚ ਹੁੰਦੇ ਨੇ ਜਿੱਥੇ ਸਾਡੇ ਨਾਲ ਕੁਝ ਐਸਾ ਵਾਪਰਦਾ ਹੈ ਕਿ ਸਾਨੂੰ ਸਾਹਮਣੇੋਂ ਕੋਈ ਮਨੁੱਖ ਕੁਝ ਬੁਰਾ ਕਹਿੰਦਾ ਹੈ ਤੇ ਅਸੀਂ ਉਹਦੇ ਬੁਰੇ ਬੋਲਾਂ ਨੂੰ ਨਾ ਜ਼ਰਦੇ ਹੋਏ ਨਾ ਸਹਾਰਦੇ ਹੋਏ ਉਸ ਨੂੰ ਉਸ ਤੋਂ ਵੀ ਜ਼ਿਆਦਾ ਬੁਰੇ ਬਚਨ ਬੋਲਨੇ ਆ, ਉਸ ਤੋਂ ਵੀ ਜ਼ਿਆਦਾ ਮਾੜਾ ਕਹਿੰਦੇ ਆ। ਹੁਣ ਸਤਿਗੁਰ ਕੀ ਪਾਵਨ ਬਾਣੀ ਪੜ੍ਹੀਏ
ਤੇ ਮੇਰੇ ਪਾਤਸ਼ਾਹ ਜੀ ਅੰਮ੍ਰਿਤ ਬਾਣੀ ਵਿੱਚ ਕਹਿੰਦੇ ਨੇ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਪਾਤਸ਼ਾਹ ਕਹਿੰਦੇ ਨੇ, ਰੱਬ ਦਾ ਭਗਤ ਪਰਮਾਤਮਾ ਦੇ ਗੁਣ ਗਾਉਂਦਾ ਹੈ। ਜੇ ਕੋਈ ਰੱਬ ਦੇ ਭਗਤ ਦੇ ਪਿਆਰੇ ਦੀ ਨਿੰਦਾ ਵੀ ਕਰਦਾ ਹੈ, ਭਾਵ ਉਹਦੇ ਇਸ ਭਗਤੀ ਦੇ ਸੁਭਾਅ ਨੂੰ, ਉਹਦੀ ਚੰਗਿਆਈ ਨੂੰ, ਉਹਦੇ ਗੁਣਾਂ ਨੂੰ ਨਿੰਦਦਾ ਹੈ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਗੁਰੂ ਰਾਮਦਾਸ ਜੀ ਕਹਿੰਦੇ ਨੇ, ਜਿਹੜਾ ਰੱਬ ਦਾ ਭਗਤ ਹੈ ਨਾ, ਉਹ ਆਪਣੇ ਅੰਦਰੋਂ ਭਗਤੀ ਦੇ ਸੁਭਾਅ ਨੂੰ ਮਾਰਦਾ ਨਹੀਂ, ਕਿਉਂਕਿ ਗੁਰੂ ਨੇ ਉਹਨੂੰ ਇੱਕ ਸ਼ਖਸੀਅਤ ਦਿੱਤੀ, ਇੱਕ ਸੁਭਾਅ ਦਿੱਤਾ ਹੈ। ਸਾਧ ਸੰਗਤ, ਕਿਸੇ ਵੀ ਮਨੁੱਖ ਦਾ ਸੁਭਾਅ ਜਿਹੜਾ ਹੈ, ਉਹਦੇ ਅੰਦਰ ਦੇ ਗੁਣਾਂ ਤੇ ਅਵਗੁਣਾਂ ਤੋਂ ਬਣਦਾ ਹੈ। ਜਿਉਂ ਦੇ ਅੰਦਰ ਚੰਗੇ ਗੁਣ ਨੇ, ਉਹਦਾ ਸੁਭਾਅ ਵੀ ਆਲੇ ਦਰਜੇ ਦਾ ਚੰਗਾ ਹੋਏਗਾ, ਤੇ ਜਿਉਂ ਦੇ ਅੰਦਰ ਅਵਗੁਣ ਨੇ, ਤੇ ਉਹਦਾ ਸੁਭਾਅ ਫਿਰ ਬਹੁਤ ਨੀਵਾਂ ਹੋਏਗਾ। ਇਸੇ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਹ ਬਚਨ ਬੜੇ ਪਿਆਰੇ, ਤੁਸੀਂ ਰੋਜ਼ ਪੜ੍ਹਦੇ ਹੋ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ। ਤੇ ਪਾਤਸ਼ਾਹ ਕਹਿੰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਜੇ ਕਰਮ ਪਸ਼ੂਆਂ ਵਾਲੇ ਨੇ, ਤੇ ਪਾਤਸ਼ਾਹ ਕਹਿੰਦੇ ਨੇ ਸਿਰਫ ਮਨੁੱਖਾ ਜਾਤ ਭਾਵ ਮਨੁੱਖ ਜਾਮੇ ਦੇ ਅੰਦਰ ਜਨਮ ਲੈ ਲੈਣਾ ਹੀ ਕਾਫੀ ਤੇ ਨਹੀਂ ਹੈ ਨਾ, ਤੈਨੂੰ ਆਪਣੇ ਸੁਭਾਅ ਨੂੰ ਵੀ ਮਨੁੱਖ ਵਾਲਾ ਬਣਾਉਣਾ ਪਏਗਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬੜੇ ਪਿਆਰੇ ਬਚਨ ਨੇ। ਸਭ ਨੇ 6 ਨੁਕਤੇ ਅੰਮ੍ਰਿਤ ਬਾਣੀ ਵਿੱਚ ਬਿਆਨ ਕੀਤੇ ਨੇ। ਆਓ ਆਪਾਂ ਉਹਨਾਂ 6 ਨੁਕਤਿਆਂ ਨੂੰ ਸਮਝਣ ਦਾ ਯਤਨ ਕਰੀਏ। ਸਭ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਮੰਤਰੰ ਰਾਮ ਨਾਮ ਨਾਮੰ। ਪਾਤਸ਼ਾਹ ਕਹਿੰਦੇ ਨੇ ਪਰਿਪੂਰਨ ਪਰਮਾਤਮਾ ਦੇ ਉਪਦੇਸ਼ ਨੂੰ, ਇਹ ਪਹਿਲਾ ਉਪਦੇਸ਼ ਹੈ, ਪਹਿਲਾ ਨੁਕਤਾ ਹੈ। ਜੇ ਅਸੀਂ ਸਭ ਆਪਣੀ ਜੀਵਨ ਦੀ ਸ਼ਖਸੀਅਤ ਨੂੰ ਉੱਚਾ ਬਣਾਉਣਾ ਚਾਹੁੰਦੇ ਹਾਂ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਪਹਿਲਾ ਕਰਮ ਕਰ, ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਮੰਤਰ ਨੂੰ ਆਪਣੇ ਜੀਵਨ ਦੇ ਵਿੱਚ ਥਾਂ ਦੇ। ਭਾਵ ਕੁਝ ਸਮਾਂ ਆਪਣੇ ਜੀਵਨ ਦੇ ਅੰਦਰੋਂ ਰੋਜ਼ਾਨਾ ਆਪਣੇ ਸਤਿਗੁਰ ਦੇ ਉਪਦੇਸ਼ ਨੂੰ ਦ੍ਰਿੜ ਕਰਿਆ ਕਰ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ। ਪਾਤਸ਼ਾਹ ਕਹਿੰਦੇ ਨੇ, ਉਹ ਸਰਬਤਰ ਸਾਰੀ ਕਾਇਨਾਤ ਦੇ ਵਿੱਚ ਇੱਕ ਰਸ ਜਿਹੜਾ ਵਿਆਪਕ ਪਰਮਾਤਮਾ ਹੈ, ਉਹਦਾ ਧਿਆਨ ਧਰਿਆ ਕਰ। ਥੋੜੀ ਦੇਰ ਇਕਾਂਤ ਵਿੱਚ ਬੈਠ ਕੇ ਉਸ ਪਰਮਾਤਮਾ ਦਾ ਮੈਡੀਟੇਸ਼ਨ ਕਰਿਆ ਕਰ। ਧਿਆਨ ਬੜਾ ਜ਼ਰੂਰੀ ਹੈ। ਧਿਆਨ ਦੇਣਾ ਸਾਧ ਸੰਗਤ, ਜੀਵਨ ਦੇ ਅੰਦਰ ਧਿਆਨ ਦੀ ਕਿੰਨੀ ਇੰਪੋਰਟੈਂਸ ਹੈ। ਵੇਖੋ, ਅਸੀਂ ਕਿਸੇ ਮਨੁੱਖ ਦੇ ਨਾਲ ਗੱਲ ਕਰਦੇ ਹੋਈਏ ਤੇ ਸਾਨੂੰ ਕਿਸੇ ਦੂਜੇ ਪਾਸਿਓਂ ਕੋਈ ਦੂਜਾ ਮਨੁੱਖ ਬੁਲਾ ਲਏ, ਅਸੀਂ ਉਹਦੀ ਗੱਲ ਵੱਲ ਤਵੱਜੋ ਨਾ ਦਈਏ, ਧਿਆਨ ਨਾ ਦਈਏ, ਤੇ ਉਹ ਬੰਦਾ ਅੱਗੋਂ ਕੁਝ ਸਮੇਂ ਬਾਅਦ ਬੜੇ ਗੁੱਸੇ ਦੇ ਵਿੱਚ ਬੋਲਦਾ, ਕਹਿੰਦਾ ਮੈਂ ਤੈਨੂੰ ਇੰਨੀਆਂ ਆਵਾਜ਼ਾਂ ਮਾਰੀਆਂ ਨੇ, ਤੂੰ ਸੁਣਿਆ ਨਹੀਂ। ਤੇ ਅਸੀਂ ਅੱਗੋਂ ਬੜੀ ਨਿਮਰਤਾ ਦੇ ਵਿੱਚ ਕਹਿ ਦਿੰਦੇ ਹਾਂ, ਭਾਈ ਮੇਰਾ ਧਿਆਨ ਨਹੀਂ ਸੀ। ਧਿਆਨ ਜੇ ਸੰਸਾਰ ਦਾ ਬਣ ਜਾਏ, ਮਨੁੱਖ ਦਾ ਸੁਭਾਅ ਸੰਸਾਰੀ ਹੋ ਜਾਂਦਾ ਹੈ। ਧਿਆਨ ਵਿੱਚ ਜੇ ਨਿਰੰਕਾਰ ਆ ਜਾਏ, ਤੇ ਮਨੁੱਖ ਦਾ ਸੁਭਾਅ ਪਰਮਾਤਮਾ ਦੇ ਗੁਣਾਂ ਦੇ ਨਾਲ ਭਰਪੂਰ ਹੋ ਜਾਂਦਾ ਹੈ। ਸ਼ਾਇਦ ਇਸੇ ਕਰਕੇ ਬਾਬਾ ਕਬੀਰ ਸਾਹਿਬ ਜੀ ਨੇ ਆਖਿਆ ਵੀ ਜਿਹੜਾ ਪਰਮਾਤਮਾ ਦਾ ਭਗਤ ਹੈ, ਉਹ ਮੈਨੂੰ ਇਹੋ ਜਿਹਾ ਚਾਹੀਦਾ ਹੈ, ਇਹੋ ਜਿਹਾ ਹੋਣਾ ਚਾਹੀਦਾ ਵੀ ਜੈਸਾ ਪਰਮਾਤਮਾ ਆਪ ਹੈ। ਇਹਦਾ ਮਤਲਬ ਹੈ ਕਿ ਮਨੁੱਖੀ ਸ਼ਖਸੀਅਤ ਦਾ ਆਧਾਰ ਦੈਵੀ ਗੁਣ ਨੇ, ਔਰ ਇਹ ਗੁਣ ਜਿਹੜੇ ਨੇ ਸਭ ਕਹਿੰਦੇ ਨੇ, ਇਹਦੇ ਲਈ ਤੈਨੂੰ ਗੁਰੂ ਦੇ ਉਪਦੇਸ਼ ਨੂੰ ਰੋਜ਼ਾਨਾ ਧਿਆਨ ਧਰਨਾ ਪਏਗਾ, ਗੁਰੂ ਦੇ ਉਪਦੇਸ਼ ਨੂੰ ਜਪਣਾ ਪਏਗਾ। ਗੁਰੂ ਦੇ ਮੰਤਰ, ਮੰਤਰ ਦਾ ਮਤਲਬ ਹੁੰਦਾ ਹੈ ਉਪਦੇਸ਼। ਮੰਤਰ ਦਾ ਮਤਲਬ ਕੋਈ ਐਸਾ ਬੋਲ ਨਹੀਂ ਜਿਹਨੂੰ ਜ਼ੁਬਾਨ ਤੋਂ ਬੋਲਾਂਗੇ ਤੇ ਸਾਡਾ ਕੋਈ ਕੰਮ ਖਿਣ ਵਿੱਚ ਪੂਰਾ ਹੋ ਜਾਏਗਾ। ਸਾਧ ਸੰਗਤ, ਅਸੀਂ ਬਚਪਨ ਤੋਂ ਇਹ ਚੀਜ਼ਾਂ ਆਪਣੇ ਸਮਾਜ ਵਿੱਚ ਵੇਖਦੇ ਆਏ ਹਾਂ ਕਿ ਕਿਸੇ ਬੰਦੇ ਨੇ ਕਿਸੇ ਦੇ ਮੰਤਰ ਪੜ੍ਹਿਆ ਤੇ ਉਹਦਾ ਕੁਝ ਬਣ ਗਿਆ ਜਾਂ ਉਹਦੇ ਜੀਵਨ ਵਿੱਚ ਕੁਝ ਵਿਗੜ ਗਿਆ। ਅਸਲ ਵਿੱਚ ਇਹ ਸਭ ਜਿੰਨੀਆਂ ਵੀ ਮਨੁੱਖ ਦੇ ਸਾਹਮਣੇ ਘਾੜਤਾਂ ਘੜੀਆਂ ਗਈਆਂ ਮੰਤਰ ਨੂੰ ਲੈ ਕੇ, ਮੰਤਰ ਸ਼ਬਦ ਅਸਲ ਵਿੱਚ ਮੰਤਰੀ ਤੋਂ ਨਿਕਲਿਆ। ਮੰਤਰੀ ਦਾ ਮਤਲਬ ਹੁੰਦਾ ਸੀ ਜਿਹੜਾ ਰਾਜੇ ਦਾ ਸਲਾਹਕਾਰ ਹੋਵੇ। ਰਾਜੇ ਦੇ ਸਲਾਹਕਾਰ ਨੂੰ ਆਖਿਆ ਜਾਂਦਾ ਸੀ ਮੰਤਰੀ। ਮੰਤਰੀ ਤੋਂ ਸ਼ਬਦ ਨਿਕਲਿਆ ਮੰਤਰ। ਮੰਤਰ ਦਾ ਮਤਲਬ ਹੁੰਦਾ ਹੈ ਉਪਦੇਸ਼। ਮੰਤਰ ਕੋਈ ਆਪਣੇ ਆਪ ਵਿੱਚ ਐਸੀ ਜੁਗਤ ਨਹੀਂ ਹੈ
ਵੀ ਜਿਹਨੂੰ ਇੱਕ ਵਾਰੀ ਜ਼ੁਬਾਨ ਤੋਂ ਪੜ੍ਹਿਆ ਤੇ ਕੰਮ ਬਣ ਗਿਆ, ਇੱਕ ਵਾਰੀ ਜ਼ੁਬਾਨ ਤੋਂ ਪੜ੍ਹਿਆ ਤੇ ਜੀਵਨ ਦੇ ਮਸਲੇ ਹੱਲ ਹੋ ਗਏ। ਨਹੀਂ, ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਸਮਝ ਲੈਣਾ ਤੇ ਫਿਰ ਉਹਨੂੰ ਆਪਣੀ ਜੀਵਨ ਜੁਗਤ ਦੇ ਵਿੱਚ ਇੰਪਲੀਮੈਂਟ ਕਰਨਾ, ਇਹ ਜੀਵਨ ਦੀ ਸ਼ਖਸੀਅਤ ਦੀ ਉਸਾਰੀ ਲਈ ਬਚਨ ਨੇ ਜਿਹੜੇ ਸਤਿਗੁਰੂ ਨੇ ਬਾਣੀ ਵਿੱਚ ਕਹੇ ਨੇ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਪਹਿਲਾ ਕਰਮ ਕਰ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨੈ। ਪਰਮਾਤਮਾ ਦੇ ਉਪਦੇਸ਼ ਨੂੰ ਕੁਝ ਸਮਾਂ ਕੱਢ ਕੇ ਰੋਜ਼ਾਨਾ ਉਸ ਮਾਲਕ ਦੇ ਅੰਮ੍ਰਿਤ ਉਪਦੇਸ਼ ਦਾ ਧਿਆਨ ਧਰਿਆ ਕਰ। ਆਪਣੇ ਅੰਤਰਾਤਮੇ ਵਿੱਚ ਕੁਝ ਸਮਾਂ ਚਿੰਤਨ ਕਰਿਆ ਕਰ ਕਿ ਅੱਜ ਮੈਂ ਜਿਹੜੇ ਜੀਵਨ ਦੇ ਕਰਮ ਕੀਤੇ ਨੇ, ਕਿੰਨੇ ਕਰਮ ਮੇਰੇ ਐਸੇ ਸਨ ਜਿਹੜੇ ਗੁਰੂ ਦੇ ਹੁਕਮ ਦੇ ਅਨੁਸਾਰ ਸਨ। ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਕਿਰਿਆਵਾਂ ਕੀਤੀਆਂ ਨੇ, ਇਹਨਾਂ ਵਿੱਚੋਂ ਮੇਰੇ ਕਿੰਨੇ ਐਸੇ ਕਰਮ ਸਨ ਜਿਹੜੇ ਗੁਰੂ ਦੇ ਉਪਦੇਸ਼ ਦੇ ਅਨੁਸਾਰ ਸਨ ਤੇ ਜਿਹੜੇ ਗੁਰੂ ਦੇ ਉਪਦੇਸ਼ ਤੋਂ ਬਾਹਰ ਸਨ। ਤੇ ਫਿਰ ਅਗਲੇ ਦਿਨ ਇਹਨਾਂ ਦਾ ਚਿੰਤਨ ਕਰਕੇ ਆਪਣੇ ਆਪ ਨੂੰ ਫਿਰ ਹੋਰ ਸੁਧਾਰਨ ਦਾ ਯਤਨ ਕਰ। ਐਸਾ ਨਹੀਂ ਹੈ ਕਿ ਜ਼ੁਬਾਨ ਤੋਂ ਪਰਮਾਤਮਾ ਦਾ ਨਾਮ ਬੋਲੀਏ। ਬੜੀ ਪਿਆਰੀ ਸ਼ਾਇਦ ਉਦਾਹਰਨ ਇਸੇ ਕਰਕੇ ਸਮਾਜ ਵਿੱਚ ਦਿੱਤੀ ਜਾਂਦੀ ਹੈ ਵੀ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਪਾਤਸ਼ਾਹ ਜੀ ਨੇ ਤੇ ਬਾਣੀ ਵਿੱਚ ਕਹਿ ਵੀ ਦਿੱਤਾ, ਕਬੀਰ ਅਵਰੈ ਕੋ ਉਪਦੇਸ਼ ਦੇ ਮੁਖ ਮੇ ਭਰ ਹੈ ਰੇਤ ਰਾਸ ਬਿਰਾਨੀ ਰੱਖ ਤੇ ਖਾਇਆ ਘਰ ਕਾ ਖੇਤ। ਸਤਿਗੁਰ ਕਹਿੰਦੇ ਨੇ, ਜੇ ਸਿਰਫ ਉਪਦੇਸ਼ ਦੂਜੇ ਤੱਕ ਸੀਮਤ ਹੈ, ਤੇਰੇ ਆਪਣੇ ਅੰਦਰ ਨਹੀਂ। ਇਹੀ ਕਾਰਨ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਤਿਗੁਰਾਂ ਨੇ ਕਿਰਪਾ ਕੀਤੀ, ਜਿਹੜਾ ਉਪਦੇਸ਼ ਦੁਨੀਆ ਨੂੰ ਦਿੱਤਾ ਹੈ, ਸਤਿਗੁਰਾਂ ਨੇ ਪਹਿਲਾਂ ਉਸ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਇੰਪਲੀਮੈਂਟ ਕੀਤਾ ਹੈ। ਉਹ ਸਤਿਗੁਰ ਨੇ ਪ੍ਰਤੱਖ ਉਦਾਹਰਨ ਪ੍ਰੈਕਟੀਕਲ ਰੂਪ ਵਿੱਚ ਸਾਡੇ ਸਾਹਮਣੇ ਰੱਖੀ ਹੈ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਪਹਿਲਾ ਕਰਮ ਕਰ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨੈ। ਸਰਬਤਰ ਦੇ ਵਿੱਚ, ਸਾਰਿਆਂ ਦੇ ਵਿੱਚ ਪੂਰਨ ਰੂਪ ਵਿੱਚ ਜਿਹੜਾ ਰਮਿਆ ਹੋਇਆ ਪਰਮਾਤਮਾ ਹੈ, ਸਭ ਕਹਿੰਦੇ ਨੇ ਉਹਦਾ ਧਿਆਨ ਧਰ। ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਆ ਮੈਂ ਤੈਨੂੰ ਦੂਜਾ ਨੁਕਤਾ ਦੱਸਾਂ, ਗਿਆਨੰ ਸਮ ਦੁੱਖ ਸੁਖੰ। ਪਾਤਸ਼ਾਹ ਕਹਿੰਦੇ ਨੇ, ਦੁੱਖ ਤੇ ਸੁੱਖ ਇਹ ਦੋ ਬਿਰਤੀਆਂ, ਦੋ ਅਵਸਥਾਵਾਂ ਨੇ ਸਾਧ ਸੰਗਤ। ਅਸਲ ਵਿੱਚ ਮਨੁੱਖ ਸਾਰੀ ਜ਼ਿੰਦਗੀ ਸੁੱਖ ਦੀ ਕਾਮਨਾ ਕਰਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਬੜਾ ਪਿਆਰਾ ਬਚਨ ਤੁਸੀਂ ਪੜ੍ਹਦੇ ਹੋ। ਸਭ ਕਹਿੰਦੇ ਨੇ, ਬੰਦਾ ਗੁਰੂ ਦੇ ਦਰ ਤੇ ਜਦੋਂ ਵੀ ਆਉਂਦਾ ਹੈ, ਆਪਣੇ ਇਸ਼ਟ ਦੇ ਦਰ ਤੇ ਜਦੋਂ ਵੀ ਆਉਂਦਾ ਹੈ ਤੇ ਆਪਣੇ ਇਸ਼ਟ ਦੇ ਚਰਨਾਂ ਦੇ ਵਿੱਚੋਂ ਸੁੱਖ ਦੀ ਕਾਮਨਾ ਕਰਦਾ ਹੈ। ਪਰ ਪਾਤਸ਼ਾਹ ਜੀ ਕਹਿੰਦੇ ਨੇ, ਸੁੱਖ ਮੰਗਦਾ ਹੈ ਪਰ ਫਿਰ ਵੀ ਜੀਵਨ ਦੇ ਅੰਦਰ ਕਦੀ ਦੁੱਖ ਆ ਕੇ ਖੜਾ ਹੋ ਜਾਂਦਾ ਹੈ, ਕਦੀ ਪੀੜਾ ਆ ਕੇ ਖੜੀ ਹੋ ਜਾਂਦੀ ਹੈ। ਪਰ ਸਭ ਕਹਿੰਦੇ ਨੇ, ਮੰਗਿਆ ਤੇ ਸੁੱਖ ਸੀ ਪਰ ਦੁੱਖ ਆਇਆ ਕਿਉਂ? ਅੰਮ੍ਰਿਤ ਬਾਣੀ ਦਾ ਉਪਦੇਸ਼ ਹੈ। ਪਾਤਸ਼ਾਹ ਕਹਿੰਦੇ ਨੇ, ਅਸਲ ਵਿੱਚ ਇਹ ਦੁੱਖ ਤੇ ਸੁੱਖ ਪਰਮਾਤਮਾ ਦੀ ਕਿਰਤ ਹੈ। ਇਹਨੂੰ ਬਾਬਾ ਨਾਨਕ ਜੀ ਨੇ ਬੜੇ ਪਿਆਰੇ ਸ਼ਬਦਾਂ ਵਿੱਚ ਬਿਆਨ ਕੀਤਾ। ਜਦੋਂ ਆਪ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹੋ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਪਰਿਪੂਰਨ ਪਰਮਾਤਮਾ ਦੀ ਇਹ ਦਾਤ ਹੈ। ਸਭ ਨੇ ਇਹਨੂੰ ਦਾਤ ਆਖਿਆ। ਹੁਣ ਜੇ ਅਸੀਂ ਆਖੀਏ ਵੀ ਨਹੀਂ, ਮੈਨੂੰ ਸਾਰੀ ਜ਼ਿੰਦਗੀ ਸੁੱਖ ਮਿਲਣ, ਹੁਣ ਸਾਧ ਸੰਗਤ ਇੱਕ ਛੋਟੀ ਜੀ ਉਦਾਹਰਨ ਵੀ ਤੁਸੀਂ ਕਾਮਨਾ ਕਰਕੇ ਦੇਖੋ, ਇਮੇਜਿਨ ਕਰਕੇ ਦੇਖੋ। ਅੱਜ ਤੁਹਾਨੂੰ ਖਾਣ ਦੇ ਲਈ ਦਾਲ ਦਿੱਤੀ ਹੈ, ਕੱਲ ਫਿਰ ਦੇ ਦਿੱਤੀ ਜਾਏ, ਪਰਸੋਂ ਫਿਰ ਦੇ ਦਿੱਤੀ ਜਾਏ, ਮਹੀਨਾ ਭਰ ਤੁਹਾਨੂੰ ਇੱਕੋ ਹੀ ਖਾਣਾ ਦਿੱਤਾ ਜਾਏ। 10-15 ਦਿਨ ਬਾਅਦ ਬੰਦਾ ਕਹੇਗਾ, ਨਹੀਂ, ਰੋਜ਼ਾਨਾ ਇੱਕੋ ਹੀ ਚੀਜ਼, ਹੁਣ ਇਸ ਚੀਜ਼ ਨੂੰ ਖਾਣ ਦਾ ਮਨ ਨਹੀਂ ਕਰਦਾ, ਇਹਦਾ ਸਵਾਦ ਹੁਣ ਮੇਰੀ ਜੀਭ ਨੂੰ ਨਹੀਂ ਆਉਂਦਾ। ਸਭ ਕਹਿੰਦੇ ਨੇ, ਜੇ ਜੀਵਨ ਦੇ ਸਾਰੇ ਸੁੱਖ ਹੀ ਤੈਨੂੰ ਮਿਲ ਗਏ, ਇੱਕ ਗੱਲ ਚੇਤੇ ਰੱਖੀ, ਤੈਨੂੰ ਸੁੱਖਾਂ ਦਾ ਸਵਾਦ ਵੀ ਨਹੀਂ ਆਏਗਾ। ਪਰਮਾਤਮਾ ਨੇ ਦੋ ਕੱਪੜੇ ਨੇ, ਇਹਨੂੰ ਸਭ ਕਹਿੰਦੇ ਨੇ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੈ ਜਾਏ ਮਨੁੱਖ। ਪਰ ਇਹਨੂੰ ਜੀਵਨ ਦੇ ਵਿੱਚ ਜੁਗਤ ਨੂੰ ਸਮਝ ਲਈਏ ਵੀ ਸਭ ਕਹਿੰਦੇ ਨੇ, ਜੇ ਸੁੱਖ ਆਇਆ ਦੁੱਖ ਆਇਆ, ਇਹਨੂੰ ਪਰਮਾਤਮਾ ਦੇ ਹੁਕਮ ਵਿੱਚ ਜੀਣਾ ਸਿੱਖ। ਗੁਰੂ ਅੰਗਦ ਦੇਵ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ। ਪਾਤਸ਼ਾਹ ਕਹਿੰਦੇ ਨੇ, ਜਾਂ ਸੁੱਖ ਤਾਂ ਸ਼ੋਹਰਾਵਿਓ। ਜੇ ਜੀਵਨ ਵਿੱਚ ਸੁੱਖ ਆਇਆ ਤੇ ਪਰਮਾਤਮਾ ਨੂੰ ਚੇਤੇ ਕਰ, ਰੱਬ ਦਾ ਪੱਲਾ ਨਾ ਛੱਡ। ਮਨੁੱਖ ਦਾ ਸੁਭਾਅ ਹੈ, ਜਦੋਂ ਅਸੀਂ ਸੁੱਖ ਵਾਲੀ ਅਵਸਥਾ ਵਿੱਚ ਹੁੰਦੇ ਹਾਂ ਨਾ, ਸਾਨੂੰ ਪਰਿਵਾਰ ਚੇਤੇ ਹੁੰਦਾ ਹੈ, ਰਿਸ਼ਤੇਦਾਰ ਚੇਤੇ ਹੁੰਦੇ ਨੇ, ਨੱਚਣਾ ਚੇਤੇ ਹੁੰਦਾ ਹੈ, ਟੱਪਣਾ ਚੇਤੇ ਹੁੰਦਾ ਹੈ, ਪਰ ਗੁਰੂ ਦਾ ਉਪਦੇਸ਼ ਭੁੱਲ ਜਾਂਦਾ ਹੈ। ਸਾਨੂੰ ਹਰ ਚੀਜ਼ ਯਾਦ ਹੁੰਦੀ ਹੈ ਪਰ ਗੁਰੂ ਦਾ ਉਪਦੇਸ਼ ਭੁੱਲ ਜਾਂਦਾ ਹੈ।
ਤੇ ਜਦੋਂ ਕਿਤੇ ਜੀਵਨ ਦੇ ਵਿੱਚ ਦੁੱਖ ਦੀ ਅਵਸਥਾ ਆਈ, ਬੰਦਾ ਫਿਰ ਭਟਕਦਾ ਹੈ, ਫਿਰ ਆਉਂਦਾ ਹੈ ਮਾਲਕ ਦੇ ਦਰ ਤੇ। ਪਰ ਉਹ ਵੀ ਉਦੋਂ ਆਉਂਦਾ ਜਦੋਂ ਦੁਨੀਆ ਦੇ ਆਸਰੇ ਮੁੱਕ ਜਾਂਦੇ ਨੇ, ਜਦੋਂ ਦੁਨੀਆ ਦੇ ਆਸਰੇ ਖਤਮ ਹੋ ਜਾਂਦੇ ਨੇ। ਪਰ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਕਰਨਾ ਕੀ, ਦੂਜੀ ਜੁਗਤ ਕੀ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਗਿਆਨੰ, ਗਿਆਨੰ ਦਾ ਮਤਲਬ ਹੈ ਗਿਆਨ, ਨੌਲੇਜ, ਸਮਝ। ਗਿਆਨੰ ਸਮ ਦੁੱਖ ਸੁਖੰ। ਪਾਤਸ਼ਾਹ ਕਹਿੰਦੇ ਨੇ ਦੁੱਖ ਤੇ ਸੁੱਖ ਦਾ ਗਿਆਨ ਹਾਸਲ ਕਰ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਤੁਸੀਂ ਪੜ੍ਹਦੇ ਹੋ। ਪਾਤਸ਼ਾਹ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਪਾਤਸ਼ਾਹ ਜੀ ਨੇ ਨਹੀਂ ਆਖਿਆ ਵੀ ਆਉਂਦੇ ਨਹੀਂ। ਜਦੋਂ ਅਸੀਂ ਸਤਿਗੁਰਾਂ ਦਾ ਜੀਵਨ ਪੜ੍ਹਦੇ ਹਾਂ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੱਤੀ ਤਵੀ ਤੇ ਬੈਠਦੇ ਨੇ, ਗਰਮ ਰੇਤਾ ਸਿਰ ਤੇ ਪੈਂਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਤਿਗੁਰਾਂ ਦਾ ਸੀਸ ਧੜ ਨਾਲ ਵਾਹ ਕੀਤਾ ਜਾਂਦਾ ਹੈ। ਗੁਰੂ ਕੇ ਤਿੰਨ ਪਿਆਰੇ ਸਿੱਖ ਗੁਰੂ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਂਦੇ ਨੇ। ਅਸੀਂ ਇਤਿਹਾਸ ਵਿੱਚ ਰੋਜ਼ਾਨਾ ਕਿੰਨੀਆਂ ਸ਼ਖਸੀਅਤਾਂ ਨੂੰ, ਕਿੰਨੇ ਮਰਜੀਵੜੇ ਗੁਰਸਿੱਖਾਂ ਨੂੰ ਯਾਦ ਕਰਨੇ ਆ, ਪਰ ਧਿਆਨ ਦੇਣਾ ਉਹਨਾਂ ਨੇ ਜੁਗਤ ਨਿਰਵੈਰ ਜੁਗਤ ਗੁਰੂ ਦੇ ਕੋਲੋਂ ਸਿੱਖ ਲਈ। ਉਹਨਾਂ ਨੇ ਦੁੱਖ ਤੇ ਸੁੱਖ ਨੂੰ ਇੱਕ ਬਰਾਬਰ ਕਰਕੇ ਜਾਣ ਲਿਆ। ਉਹਨਾਂ ਨੇ ਦੁੱਖ ਤੇ ਸੁੱਖ ਨੂੰ ਗੁਰੂ ਦੇ ਉਪਦੇਸ਼ ਵਿੱਚ ਹੰਢਾਣ ਦੀ ਜਾਂਚ ਸਿੱਖ ਲਈ। ਇਸੇ ਕਰਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਗਿਆਨੰ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰਣੈ। ਸਾਹਿਬ ਕਹਿੰਦੇ ਨੇ ਇਹ ਜਿਹੜੀ ਨਿਰਵੈਰ ਜੁਗਤ ਹੈ, ਦੁੱਖ ਤੇ ਸੁੱਖ ਦੀ ਭਾਵਨਾ ਤੋਂ ਰਹਿਤ ਹੋ ਕੇ, ਇਸ ਭਾਵਨਾ ਤੋਂ ਰਹਿਤ ਹੋ ਕੇ ਕਿ ਮੈਨੂੰ ਸੁੱਖ ਹੀ ਮਿਲਣ, ਮੈਨੂੰ ਦੁੱਖ ਕਿਉਂ ਮਿਲਿਆ ਹੈ। ਸਭ ਕਹਿੰਦੇ ਨੇ ਬਸ ਨਿਰਵੈਰ ਹੋ ਕੇ ਜਦੋਂ ਗੁਰੂ ਦੀ ਇਸ ਜੁਗਤ ਨੂੰ ਜੀਵਨ ਵਿੱਚ ਸਿੱਖ ਲਏਗਾ, ਸਤਿਗੁਰ ਕਹਿੰਦੇ ਨੇ ਤੂੰ ਪੂਰਨ ਮਨੁੱਖ ਬਣ ਜਾਏਗਾ। ਇਹ ਦੂਜਾ ਸਤਿਗੁਰ ਨੇ ਗੁਣ ਬਿਆਨ ਕੀਤਾ, ਦੂਜਾ ਨੁਕਤਾ ਬਿਆਨ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ। ਸਭ ਕਹਿੰਦੇ ਨੇ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣੈ, ਦਿਆਲੰ ਸਰਬਤਰ ਜੀਆਂ। ਸਭ ਕਹਿੰਦੇ ਨੇ ਸਾਰੇ ਪ੍ਰਮਾਤਮਾ ਦੇ ਜੀਆਂ ਤੇ ਦਇਆ ਕਰਨੀ ਸਿੱਖ ਲੈ। ਦਿਆਲੰ ਸਰਬਤਰ ਜੀਆਂ, ਪੰਜ ਦੋਖ ਵਿਵਰਜਿਤ ਹੈ। ਸਭ ਕਹਿੰਦੇ ਨੇ ਆਪਣੇ ਅੰਦਰ ਦੇ ਜਿਹੜੇ ਪੰਜ ਦੋਖ ਨੇ, ਜਿਹੜੇ ਤੇਰੇ ਅੰਦਰ ਬੈਠੇ ਹੋਏ ਪੰਜ ਦੋਖ ਨੇ, ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ, ਸਭ ਕਹਿੰਦੇ ਨੇ ਇਹਨਾਂ ਦੋਖਾਂ ਨੂੰ ਆਪਣੇ ਅੰਦਰੋਂ ਦੂਰ ਕਰ। ਇਹਨਾਂ ਦੀ ਜੁਗਤ ਨੂੰ ਆਪਣੇ ਜੀਵਨ ਵਿੱਚ ਸਮਝ ਕਿ ਪ੍ਰਮਾਤਮਾ ਨੇ ਇਹ ਪੰਜ ਤੈਨੂੰ ਇਸ ਕਰਕੇ ਸਰੀਰ ਦੇ ਅੰਦਰ ਦਿੱਤੇ ਨੇ ਤਾਂ ਕਿ ਤੂੰ ਇਹਨਾਂ ਨੂੰ ਸਮਝ ਕੇ, ਇਹਨਾਂ ਨੂੰ ਵਿਚਾਰ ਕੇ, ਇਹਨਾਂ ਨੂੰ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰੇ। ਪਰ ਜਦੋਂ ਅਸੀਂ ਇਹਨਾਂ ਦੇ ਵਿੱਚ ਖੁਆਰ ਹੋ ਜਾਂਦੇ ਆ ਨਾ, ਕਾਮ ਪ੍ਰਮਾਤਮਾ ਨੇ ਇਸ ਕਰਕੇ ਮਨੁੱਖੀ ਜੀਵਨ ਦੇ ਅੰਦਰ ਦਿੱਤਾ ਹੈ ਸੰਸਾਰ ਦੀ ਉਤਪਤੀ ਲਈ। ਪਰ ਜੇ ਕਾਮ ਜ਼ਹਿਰ ਬਣ ਜਾਏ, ਫਿਰ ਬੰਦਾ ਆਪਣਿਆਂ ਦੇ ਅੰਦਰੋਂ, ਪਰਾਇਆਂ ਦੇ ਅੰਦਰੋਂ, ਹਰ ਇੱਕ ਦੇ ਸਰੀਰ ਦੇ ਅੰਦਰੋਂ ਸਿਰਫ ਵਾਸ਼ਨਾ ਲੱਭਦਾ ਹੈ। ਕ੍ਰੋਧ ਪ੍ਰਮਾਤਮਾ ਨੇ ਅੰਦਰ ਇਸ ਕਰਕੇ ਪਾਇਆ ਸੀ ਵੀ ਤੂੰ ਕਿਸੇ ਦੀ ਵਧੀਕੀ ਨੂੰ ਸਹਿਣ ਨਾ ਕਰ ਸਕੇ। ਇਹ ਕ੍ਰੋਧ ਤੇਰੇ ਅੰਦਰ ਤੇਰਾ ਜਜ਼ਬਾ ਬਣ ਜਾਏ। ਪਰ ਜੇ ਕ੍ਰੋਧ ਨੂੰ ਅਸੀਂ ਨਹੀਂ ਸਮਝਿਆ ਤੇ ਖਿਆਲ ਕਰਿਓ, ਫਿਰ ਇੱਕ ਛੋਟੀ ਜੀ ਗੱਲ ਬਹੁਤ ਵੱਡੇ ਝਗੜੇ ਤੇ ਬਹੁਤ ਵੱਡੇ ਦੁਖਾਂਤ ਨੂੰ ਜਨਮ ਦੇ ਦਿੰਦੀ ਹੈ। ਸਭ ਕਹਿੰਦੇ ਨੇ ਇਹਨਾਂ ਨੂੰ ਸਮਝ, ਇਹਨਾਂ ਦਾ ਗਿਆਨ ਹਾਸਲ ਕਰ। ਪਾਤਸ਼ਾਹ ਜੀ ਇਸੇ ਕਰਕੇ ਕਹਿੰਦੇ ਨੇ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣੈ, ਦਿਆਲੰਗ ਸਰਬਤਰ ਜੀਆਂ। ਸਾਰੀ ਪ੍ਰਮਾਤਮਾ ਦੀ ਬਣਾਈ ਕਾਇਨਾਤ ਦੇ ਜਿੰਨੇ ਜੀਵ ਨੇ, ਪਾਤਸ਼ਾਹ ਕਹਿੰਦੇ ਨੇ ਉਹਨਾਂ ਸਾਰਿਆਂ ਜੀਆਂ ਦੇ ਉੱਤੇ ਦਇਆ ਕਰ, ਕਿਉਂਕਿ ਜੇ ਦਇਆ ਆਏਗੀ ਤੇ ਧਰਮ ਆਏਗਾ। ਮੈਨੂੰ ਮਾਫ ਕਰ ਦੇਣਾ, ਧਰਮ ਤੇ ਅਸੀਂ ਬਹੁਤ ਕਮਾ ਰਹੇ ਹਾਂ ਸੰਸਾਰ ਅੰਦਰ। ਧਰਮ ਕਮਾਉਣ ਦੀ ਕੋਈ ਘਾਟ ਨਹੀਂ। ਮੰਦਰ ਚਲੇ ਜਾਓ, ਗੁਰਦੁਆਰੇ ਚਲੇ ਜਾਓ, ਚਰਚ ਚਲੇ ਜਾਓ, ਮਸਜਿਦ ਚਲੇ ਜਾਓ, ਘਰ ਭਰੇ ਨੇ, ਬਾਹਰ ਟੈਂਟ ਲੱਗੇ ਨੇ, ਥਾਵਾਂ ਥਾਵਾਂ ਤੇ ਯਤਨ ਹੋ ਰਿਹਾ ਹੈ। ਪਾਰਕਾਂ ਵਿੱਚ ਬੈਠ ਕੇ ਲੋਕ ਰੱਬ ਦੇ ਗੀਤ ਗਾ ਰਹੇ ਨੇ, ਥਾਂ ਥਾਂ ਤੇ ਧਰਮ ਦੀ ਗੱਲ ਕੀਤੀ ਜਾ ਰਹੀ ਹੈ। ਪਰ ਸਤਿਗੁਰ ਕਹਿੰਦੇ ਨੇ ਜਦੋਂ ਸਰਬੱਤਰ ਜੀਆਂ ਦੇ ਉੱਤੇ ਦਇਆ ਦੀ ਗੱਲ ਆਉਂਦੀ ਹੈ, ਉੱਥੇ ਬੰਦਾ ਆਪਣੇ ਆਪ ਨੂੰ ਧਰਮ ਤੋਂ ਵਿਹੂਣਾ ਹੋ ਕੇ ਜੀਵਨ ਜਿਉਣਾ ਸ਼ੁਰੂ ਕਰ ਦਿੰਦਾ ਹੈ। ਸਭ ਕਹਿੰਦੇ ਨੇ ਸਭ ਜੀਆਂ ਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ, ਬਖਸ਼ਿਸ਼ ਦੇ ਨਾਲ ਦਇਆ ਦੀ ਜਾਂਚ ਸਿੱਖ, ਕਿਉਂਕਿ ਧੌਲ ਧਰਮ ਦਇਆ ਕਾ ਪੂਤ। ਧਰਮ ਜੀਵਨ ਦੇ ਵਿੱਚ ਆਣਾ ਹੀ ਤਾਂ ਜੇ ਦਇਆ ਆਏਗੀ।
तीसरा गुण सतगुरु जी कहते ने जुगत निर्मल निर्वैर ने दयालंग सर्वत्र जियां पंच दोख विवर्जित है। सब जियां ते दया कर ते पंज दोख जेड़े ने काम क्रोध लोभ मोह अहंकार इन्हां नूं वर्ज वर्ज दा मतलब हुंदा है इन्हां नूं जुगत विच लिया, इन्हां नूं समझ के इन्हां दी वरतों करनी सिख लै। ਜਦੋਂ ਇਹਨਾਂ ਨੂੰ ਸਮਝ ਕੇ ਇਹਨਾਂ ਦੀ ਵਰਤੋਂ ਕਰਨੀ ਸਿੱਖ ਲੇਗਾ ਫਿਰ ਇਸ ਸੰਸਾਰ ਦੀ ਉਤਪਤੀ ਦਾ ਸਾਧਨ ਬਣਦੇ ਨੇ। ਸੰਸਾਰ ਦੀ ਵਡਿਆਈ, ਸੰਸਾਰ ਵਿੱਚ ਤੈਨੂੰ ਵਡਿਆਈ ਤੱਕ ਲੈ ਕੇ ਜਾਣਗੇ। ਜੇ ਨਹੀਂ ਸਮਝੇਗਾ ਤੇ ਸਤਿਗੁਰ ਕਹਿੰਦੇ ਨੇ ਫਿਰ ਇਹ ਤੇਰੇ ਲਈ ਨਿਗਾਰ ਬਣਨਗੇ, ਰਸਾਤਲ ਵਿੱਚ ਤੈਨੂੰ ਲੈ ਜਾਣਗੇ, ਕਰਤੂਤ ਪਸ਼ੂ ਕੀ ਤੱਕ ਤੈਨੂੰ ਲੈ ਕੇ ਜਾਣਗੇ। ਪਾਤਸ਼ਾਹ ਜੀ ਨੇ ਫਿਰ ਚੌਥਾ ਗੁਣ ਬਿਆਨ ਕੀਤਾ। ਸਾਹਿਬ ਕਹਿੰਦੇ ਨੇ ਭੋਜਨੰ ਗੋਪਾਲ ਕੀਰਤਨੈ, परमात्मा की कीर्ति, रब की वडियाई, रब के गुणों का भोजन कर। भोजन असी पेट की पूर्ति लिए करने, भुख लगे बंदा भोजन की तलाश करता है, पर ध्यान देना शरीर के भोजन का असी बड़ा बंदोबस्त किया, बड़े यत्न किए, हर थां ते हो रहे ने, बड़े लंगर लाए जा रहे ने, पर जिहड़ा भोजन साडी सुरत नूं चाहीदा है, साडे हिरदे नूं चाहीदा है, साडे माइंड नूं चाहीदा है, साडी सुरत नूं चाहीदा है, उस भोजन वाल असी सारी जिंदगी ध्यान नहीं देते। उत्थे असी सवेर तो लैके शाम तक टीवी के अगे बैठ के सिर्फ गंदगी भर रहे हैं, गंदगी, सिर्फ गंदगी, और कुछ भी नहीं। गुरु अर्जुन देव पातशाह जी कहते ने नहीं, भोजनम गोपाल कीर्तन है। जिथे तन की पूर्ति लई परमात्मा जी दे बनाई इस सृष्टि के अंदरों भोजन की तलाश करना है, उत्थे मन के अंदर दे बदलाव लई रब दे चंगे गुणां दा भोजन भी खा। जदों रब दे चंगे गुणां दा भोजन खाएगा, सब कहते ने फिर तू मालक दे चरनां दे अंदर प्रवान हो जाएगा। ये चौथा गुण है, जुगत है। सब कहते ने भोजनं गोपाल कीर्तनै, अलप माया जल कमल रहता। जिवें कमल दा फुल चिक्कड़ दे अंदर खिड़दा है, पर वो चिक्कड़ तो निर्लेप रहिंदा है। सब कहते ने इस तरह संसार की माया के अंदर इस माया के प्रभाव तो निर्लेप रह के परमात्मा की कीर्ति नूं अपना, रब की वडियाई नूं अपना, रब्बी गुणां नूं अपना भोजन बना। ये भोजन तेरे अंदर जदों टिक जाएगा फिर ये तेनू जुगत देगा जीवन जिउण दी, फिर इहदे राही तेनू समझ आएगी जीवन जिउण दी। तां ही सतगुरु जी कह रहे ने भोजनं गोपाल कीर्तनै, सब कहते ने अल्प माया जल कमल रहता है, उपदेशं सम मित्र शत्रु। पातशाह कहते ने उपदेश असल विच बंदा यत्न करता है मेरा अपना किहड़ा है, पराया किहड़ा है। हर जीवन के कर्म अंदर असीं इन्हां चीज़ां, इन्हां नुक्तियां नूं वेखणे हां। धन गुरु नानक पातशाह जी जे इस चीज़ नूं वेखदे मेरा अपना कौन है, पराया कौन है, इस जगत का उधार किवें हुंदा। गुरु नानक पातशाह जी थां थां ते गए ने, जगह जगह ते गए ने, सब ने वेख्या नहीं कि सज्जन कौन है, सब ने वेख्या नहीं कि कौड़ा राक्षस कौन है, सब ने वेख्या नहीं भी नूर जहां रानी कौन है। धन गुरु नानक पातशाह जी जिथे भी गए ने सतगुर ने उन्होंने अपने कलावे विच लिया, सच दृढ़ कराया है। ते गुरु अर्जुन देव पातशाह जी यही गल कहते हैं, सब कहते हैं उपदेशं सम मित्र शत्रु। उपदेश करन लग्या मित्रू शत्रु का ध्यान ना रखे, मेरा मित्र है मेरा शत्रु है। इस भाव नूं अपने अंदरों खत्म कर दे, समझ लै कि मेरे मालक जी अवल अल्लाह नूर उपाया कुदरत के सब बंदे, एक नूर ते सब जग उपजिया कौन भले को मंदे। एक अदीब दे बड़े प्यारे बोल ने, वो कहंदा है भी सच है, जिन्नी देर तक मैं अपने अंदर नूं नहीं वेख्या मैं दूजियां दे अवगुण लभदा रहा। जिदन मैं थोड़ा जिहा ध्यान विच टिक के अपने अंदर नूं पढ़िया, मैनूं समझ आ गई भी नहीं सारे अवगुण ते तेरे अंदर नहीं, तू एवें सारी जिंदगी दूजियां दे अवगुण लभदा रहा। उस अदीब दे बड़े प्यारे बोल ने, वो कहंदा जब ना थी अपने गुनाहों की खबर, तब ढूंढते थे दुनिया के ऐबो हुनर। जब अपने गुनाहों पे पड़ी निगाह तो दुनिया में कोई बुरा ना रहा। गुरु अर्जुन देव पातशाह जी कहते ने उपदेशन सम मित्र शत्रु भगवंत भगत भावनी, परमात्मा दी भै भावनी विच रह। ते अंत विच सतगुर कहते ने छेवां गुण
ਪਾਤਸ਼ਾਹ ਕਹਿੰਦੇ ਨੇ ਪਰ ਨਿੰਦਾ ਨੇ ਸਰੋਤ ਸ਼ਰਵਣੰ, ਇਹ ਆਦਤ ਸਾਨੂੰ ਸਾਰਿਆਂ ਨੂੰ ਹੈ। ਪਾਤਸ਼ਾਹ ਕਹਿੰਦੇ ਨੇ ਪਰਾਈ ਨਿੰਦਾ ਨੂੰ ਆਪਣੇ ਕੰਨਾਂ ਤੋਂ ਸੁਣਨਾ। ਆਪ ਤਿਆਗ ਸਗਲ ਰੇਣੁਕੈ, ਆਪਣੇ ਆਪੇ ਦਾ ਤਿਆਗ ਕਰ, ਆਪਣੇ ਆਪ ਨੂੰ ਸਾਰਿਆਂ ਦੇ ਚਰਨਾਂ ਦੀ ਧੂੜ ਬਣਾ ਲੈ। ਜਿਹਨੂੰ ਬਾਬਾ ਨਾਨਕ ਜੀ ਕਹਿੰਦੇ ਨੇ ਮੇਰੇ ਮਾਲਕ ਜੀ, ਜਿਹੜਾ ਮੈਨੂੰ ਤੇਰੇ ਗੁਣਾਂ ਨਾਲ ਜੋੜ ਦੇ, ਸਤਿਗੁਰ ਮੈਂ ਉਹਦੇ ਚਰਨਾਂ ਦੀ ਧੂੜ ਬਣ ਜਾਵਾਂ, ਮੈਂ ਉਹਦੇ ਚਰਨਾਂ ਦੀ ਰੇਣੁਕਾ ਬਣ ਜਾਵਾਂ, ਮਿੱਟੀ ਬਣ ਜਾਵਾਂ। ਸਾਹਿਬ ਜੀ ਕਹਿੰਦੇ ਨੇ ਪਰ ਨਿੰਦਾ ਨੇ ਸਰੋਤ ਸ਼ਰਵਣੰ, ਛੇਵਾਂ ਨੁਕਤਾ ਹੈ ਪਾਤਸ਼ਾਹ ਕਹਿੰਦੇ ਨੇ ਜੀਵਨ ਦੇ ਅੰਦਰ ਕਿਸੇ ਦੀ ਪਰਾਈ ਨਿੰਦਾ ਨਾ ਕਰ, ਪਰਾਈ ਨਿੰਦਾ ਨੂੰ ਆਪਣੇ ਕੰਨਾਂ ਨਾਲ ਸੁਣਨਾ। ਕਈ ਵਾਰੀ ਬੰਦਾ ਕਹਿ ਦਿੰਦਾ ਵੀ ਨਹੀਂ ਫਲਾਣੇ ਬੰਦੇ ਦਾ ਸੁਭਾਅ ਹੀ ਨਿੰਦਾ ਕਰਨੀ, ਪਰ ਧਿਆਨ ਦੇਣਾ ਉਹ ਨਿੰਦਾ ਕਰਦਾ ਤੇ ਅਸੀਂ ਵੀ ਤੇ ਬੜੇ ਧਿਆਨ ਨਾਲ ਸੁਣਨੇ ਆ ਨਾ। ਜਦੋਂ ਨਿੰਦਾ ਕਰਦਾ ਸੀ ਕਿਉਂ ਨਹੀਂ ਕਹਿੰਦੇ ਭਾਈ ਹੱਥ ਜੁੜੇ ਨੇ ਤੇਰੇ ਅੱਗੇ, ਤੂੰ ਇਹ ਉਸ ਬੰਦੇ ਦੇ ਅਵਗੁਣ, ਉਹਦੀ ਨਿੰਦਾ ਮੇਰੇ ਸਾਹਮਣੇ ਨਾ ਕਰ, ਮੈਂ ਤੇ ਆਪ ਅਵਗੁਣਾਂ ਨਾਲ ਭਰਿਆ ਪਿਆ। ਮੇਰੇ ਸਾਹਿਬ ਕਹਿੰਦੇ ਨੇ ਜੁਗਤ ਸਿੱਖ ਜੀਵਨ ਨੂੰ ਜੇ ਕਿਸੇ ਮੁਕਾਮ ਤੇ ਲੈ ਕੇ ਜਾਣਾ, ਜੇ ਤੂੰ ਆਪਣੀ ਸ਼ਖਸੀਅਤ ਦੀ ਉਸਾਰੀ ਕਰਨੀ ਹੈ ਤੇ ਸਾਹਿਬ ਕਹਿੰਦੇ ਨੇ ਆਪ ਤਿਆਗ ਸਗਲ ਰੇਣੁਕੈ, ਖਟ ਲਖਿਅਨ ਪੂਰਨੰ ਪੁਰਖ ਹੈ। ਇਹ 6 ਲਕਸ਼ਣ ਨੇ ਸਤਿਗੁਰ ਕਹਿੰਦੇ ਨੇ ਗੁਣ ਨੇ ਪੂਰਨ ਪੁਰਖ ਦੇ, ਜਿਹੜਾ ਰੱਬ ਨਾਲ ਜੁੜਿਆ ਹੋਇਆ। ਇਹ 6 ਲੱਛਣ ਨਾਨਕ ਨਾਮ ਸਾਧ ਸਵਜਨ ਹੈ। ਨਾਨਕ ਜੀ ਐਸੇ ਮਨੁੱਖ ਨੂੰ ਦੁਨੀਆ ਦੇ ਅੰਦਰ ਸਾਧ ਪੁਰਖ ਆਖਿਆ ਜਾਂਦਾ ਹੈ, ਸੱਜਣ ਪੁਰਖ ਆਖਿਆ ਜਾਂਦਾ ਹੈ, ਸਤਸੰਗੀ ਪੁਰਖ ਆਖਿਆ ਜਾਂਦਾ ਹੈ, ਰੱਬ ਦਾ ਪਿਆਰਾ ਆਖਿਆ ਜਾਂਦਾ ਹੈ। ਸਤਿਗੁਰ ਕਹਿੰਦੇ ਨੇ ਜਿੰਦੇ ਅੰਦਰ ਆ 6 ਗੁਣ ਆ ਜਾਂਦੇ ਨੇ, ਉਹਦੀ ਸ਼ਖਸੀਅਤ ਪਰਮਾਤਮਾ ਦੇ ਚਰਨਾਂ ਤੱਕ ਉਹਨੂੰ ਲੈ ਕੇ ਜਾਂਦੀ ਹੈ। ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਉਹ ਰੱਬ ਦਾ ਰੂਪ ਹੋ ਨਿਬੜਦਾ ਹੈ। ਇਸ ਕਰਕੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਪਣੇ ਅੰਦਰ ਇਹ 6 ਗੁਣਾਂ ਨੂੰ ਧਾਰਨ ਕਰ, ਇਹ 6 ਨੁਕਤੇ ਜੀਵਨ ਦੇ ਸਿੱਖ ਲੈ, ਤੇਰਾ ਜੀਵਨ ਵੀ ਆਲੇ ਦਰਜੇ ਦਾ ਉੱਚਾ ਹੋ ਜਾਏਗਾ। ਸਤਿਗੁਰੂ ਜੀ ਕਿਰਪਾ ਕਰਨ, ਆਪਣੀ ਨਾਮ